ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਆਪ ਜੀ ਦੇ ਨਾਲ ਰੋਜ਼ਾਨਾ ਹੀ ਕੋਈ ਨਾ ਕੋਈ ਸਾਖੀ, ਇਤਿਹਾਸਕ ਕੋਈ ਰਚਨਾ, ਕੋਈ ਗੁਰਮਤਿ ਸਾਖੀ ਸਾਂਝੀ ਕਰਦੇ ਰਹੀਦਾ ਹੈ। ਸੋ ਅੱਜ ਵੀ ਆਪ ਜੀ ਦੇ ਨਾਲ ਜੋ ਰਾਜਾ ਵੀ ਹੋਏ ਹਨ, ਭਗਤ ਵੀ ਹੋਏ ਹਨ, ਐਸੇ ਰਾਜੇ ਜੋਗੀ ਰਾਜਾ ਭਗਤ ਅੰਬਰੀਕ ਜੀ ਦਾ ਜੀਵਨ ਸਾਖੀ ਸਾਂਝੀ ਕਰਨੀ ਜਾ ਰਹੇ ਹਾਂ। ਭਾਈ ਗੁਰਦਾਸ ਜੀ ਭਗਤਾਂ ਦੇ ਜੀਵਨ ਲਿਖਦੇ ਹੋਏ ਭਗਤ ਰਾਜਾ ਅੰਬਰੀਕ ਦਾ ਜੀਵਨ ਆਪਣੀ ਵਾਰ ਦੇ ਵਿੱਚ ਇਉਂ ਲਿਖਦੇ ਹਨ। ਅੰਬਰੀਕ ਮੋਹੇ ਵਰਤ ਹੈ, ਰਾਤ ਪਈ ਦੁਰਬਾਸਾ ਆਇਆ, ਭੀੜਾ ਉਸ ਉਪਰਾਣਾ, ਉਹ ਉਠ ਨਹਾਵਣ ਨਦੀ ਸਿਧਾਇਆ। ਚਰਨੋਦਕ ਲੈ ਭੋਖਿਆ, ਉਹ ਸਰਾਪ ਦੇਣ ਨੂੰ ਆਇਆ, ਚੱਕਰ ਸੁਦਰਸ਼ਨ ਕਾਲ ਰੂਪ ਹੋਏ, ਪੀਹਾਵਲ ਗਰਭ ਗਵਾਇਆ। ਬਾਹਮਣ ਭੰਨਾ ਜੀਉ ਲੈ, ਰਾਖਨਾ ਹੰਗਨ ਦੇਵ ਸਬਾਇਆ, ਇੰਦਰ ਲੋਕ ਸਿਵ ਲੋਕ ਤਜ, ਬ੍ਰਹਮ ਲੋਕ ਬੈਕੁੰਠ ਤਜਾਇਆ। ਦੇਵਤਿਆਂ ਭਗਵਾਨ ਸੁਣ, ਦੇਵਤਿਆਂ ਭਗਵਾਨ ਸਣ, ਸਿੱਖ ਦੇ ਸਭਨਾ ਸਮਝਾਇਆ। ਆਏ ਪਿਆ ਸਰਣਾਗਤੀ, ਮਾਰੀ ਦਾ ਅੰਬਰੀਕ ਛੁਡਾਇਆ, ਭਗਤ ਵਸ਼ਲ ਜਗ ਬਿਰਧ ਸਦਾਇਆ। ਦੱਸਦੇ ਹਨ ਕਿ ਅੰਬਰੀਕ ਰਾਜਾ ਬਹੁਤ ਪ੍ਰਤਾਪੀ ਤੇ ਬੜਾ ਵੱਡਾ ਭਗਤ ਹੋਇਆ ਹੈ। ਇਹ ਰਾਜਾ ਨਿਭਾਗ ਦਾ ਪੁੱਤਰ ਸੀ। ਇਹ ਭਾਵੇਂ ਚੱਕਰਵਰਤੀ ਰਾਜੇ ਸਨ ਤੇ 7 ਦੀਪਾਂ ਤੇ ਇਹਨਾਂ ਦਾ ਰਾਜ ਸੀ, ਪਰ ਨਿਰੇ ਹੀ ਰਾਜਾ ਜਨਕ ਦੇ ਅਵਤਾਰ ਸਨ। ਇਹਨਾਂ ਵਿੱਚ ਰਤਾ ਵੀ ਮਾਇਆ ਦਾ ਮੋਹ ਨਹੀਂ ਸੀ। ਉਂਝ ਸਭ ਪਦਾਰਥਾਂ ਦੇ ਮਾਲਕ ਸਨ, ਪਰ ਮਾਇਆ ਨੂੰ ਆਪਣੇ ਜੀਆਂ ਦਾ ਆਧਾਰ ਨਹੀਂ ਸਮਝਦੇ ਸਨ। ਉਹ ਆਪਣੇ ਕਲਿਆਣ ਦੀ ਇੱਛਾ ਰੱਖਦੇ ਸਨ। ਇਸੇ ਲਈ ਅੰਬਰੀਕ ਜੀ ਭਾਰੇ ਸੂਰਬੀਰ ਸਨ। ਗਰੀਬਾਂ, ਨਿਆਸਰਿਆਂ ਤੇ ਗਊ ਗਰੀਬ ਦੀ ਪਾਲਣਾ ਕਰਨ ਵਾਲੇ ਤੇ ਪਰਜਾ ਨੂੰ ਆਪਣੀ ਸੰਤਾਨ ਸਮਝਣ ਵਾਲੇ ਐਸੇ ਭਗਤ ਰਾਜੇ ਅੰਬਰੀਕ ਸਨ। ਉਹ ਜੀਵਨ ਨੂੰ ਨਾਸਵੰਤ ਤੇ ਪਦਾਰਥਾਂ ਨੂੰ ਨਾ ਰਹਿਣ ਵਾਲੀ ਵਸਤੂ ਸਮਝਦੇ ਹੋਏ ਉਸ ਦੇ ਮਾਨ ਅਭਿਮਾਨ ਤੋਂ ਬਿਲਕੁਲ ਹੀ ਨਿਰਲੇਪ ਰਹਿੰਦੇ ਸਨ। ਮਾਇਆ ਦੀ ਲੇਸ ਮਾਤਰ ਵੀ ਉਹਨਾਂ ਵਿੱਚ ਲੇਪਤਾ ਨਹੀਂ। ਉਹਨਾਂ ਦਾ ਮਨ ਕੇਵਲ ਪ੍ਰਭੂ ਭਗਵਾਨ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਸੀ। ਪ੍ਰਭੂ ਗੁਣ ਗਾਉਣ ਦੇ ਸੁਭਾਗ ਅਵਸਰ ਨੂੰ ਗਵਾਉਣਾ ਪਾਪ ਸਮਝਦੇ ਸਨ ਤੇ ਇਸ ਦੇ ਨਾਲ ਹੀ ਹੱਥੀਂ ਸੇਵਾ ਕਰਕੇ ਬੜੇ ਪ੍ਰਸੰਨ ਹੁੰਦੇ ਸਨ। ਆਏ ਗਏ ਸਾਧੂਆਂ ਦੀ ਸੰਗਤ ਤੇ ਸੇਵਾ ਕਰਕੇ ਮਹਾਂ ਪ੍ਰਸੰਨ ਹੁੰਦੇ ਸਨ ਤੇ ਇਹੀ ਉਹਨਾਂ ਦੀ ਨਿੱਤ ਕਿਰਿਆ ਸੀ। ਆਪ ਧਾਰਮਿਕ ਪੁਰਖਾਂ ਦੀ ਬੜੀ ਇੱਜ਼ਤ ਤੇ ਸਨਮਾਨ ਕਰਦੇ ਸਨ। ਇੱਥੇ ਹੀ ਬਸ ਨਹੀਂ, ਰਾਜਾ ਭਗਤ ਅੰਬਰੀਕ ਨੇ ਸੁਰਸਤੀ ਨਦੀ ਤ੍ਰਿਬੇਣੀ ਦੇ ਕੰਢੇ ਤੇ ਅਨੇਕਾਂ ਹੀ ਅਸਮੇਧ ਜੱਗ ਕੀਤੇ ਤੇ ਬੇਅੰਤ ਪੁੰਨ ਦਾਨ ਕੀਤਾ। ਗੌਤਮ ਰਿਖੀ ਤੇ ਵਿਸ਼ਵਾਮਿੱਤਰ ਵਰਗੇ ਆਪਣੇ ਸਮੇਂ ਦੇ ਸਭ ਤੋਂ ਵੱਡੇ ਰਿਖੀਆਂ ਮਹਾਤਮਾ ਦੀ ਰਾਜਾ ਅੰਬਰੀਕ ਨੇ ਭਾਰੀ ਸੇਵਾ ਕੀਤੀ ਤੇ ਜੱਗ ਉਹਨਾਂ ਦੇ ਰਾਹੀਂ ਕਰਵਾਏ।
ਇਹੀ ਕਾਰਨ ਸੀ ਕਿ ਪਰਜਾ ਵੀ ਉਸ ਸਮੇਂ ਦੀ ਸੱਤਵਾਦੀ ਸੀ। ਝੂਠ, ਨਿੰਦਾ ਤੇ ਖੋਹਾ ਖੋਹੀ ਤੋਂ ਆਮ ਲੋਕ ਪਰਹੇਜ਼ ਕਰਦੇ ਸਨ ਤੇ ਦੁਨੀਆ ਦਾ ਜੀਵਨ ਸ਼ਾਂਤ ਤੇ ਆਨੰਦਮਈ ਖੁਸ਼ਹਾਲ ਸੀ। ਸੋ ਅਜਿਹੇ ਗੁਣਾਂ ਦਾ ਮਾਲਕ ਰਾਜੇ ਅੰਬਰੀਕ ਦੀ ਭਗਤੀ ਤੇ ਭਗਵਾਨ ਐਸੇ ਰੀਝ ਗਏ ਸਨ ਕਿ ਉਹਨਾਂ ਨੇ ਆਪਣੇ ਅਜਿਹੇ ਭਗਤ ਰਾਜੇ ਦੀ ਰੱਖਿਆ ਲਈ ਆਪਣਾ ਸੁਦਰਸ਼ਨ ਚੱਕਰ ਉਸਦੇ ਘਰ ਭੇਜ ਦਿੱਤਾ ਹੋਇਆ ਸੀ, ਜੋ ਹਰ ਸਮੇਂ ਉਸਦੇ ਘਰ ਦੇ ਨੇੜੇ ਫਿਰਦਾ ਘੁੰਮਦਾ ਰਹਿੰਦਾ ਸੀ। ਇਸ ਭੇਦ ਦਾ ਸਿਰਫ ਰਾਜਾ ਅੰਬਰੀਕ ਨੂੰ ਹੀ ਪਤਾ ਸੀ ਤੇ ਉਹ ਭਗਵਾਨ ਦੀ ਕਿਰਪਾ ਦੇ ਸਗੋਂ ਰਿਣੀ ਹੋ ਕੇ ਹੋਰ ਵਧੇਰੇ ਭਗਤੀ ਵਿੱਚ ਲੱਗੇ ਰਹਿੰਦੇ ਸਨ। ਵਰਤ, ਜਗ, ਹੋਰ ਧਾਰਮਿਕ ਰੀਤਾਂ ਵਿੱਚ ਆਪਣਾ ਸਾਰਾ ਸਮਾਂ ਬਤੀਤ ਕਰਦੇ ਸਨ। ਦੱਸਦੇ ਹਨ ਕਿ ਰਾਜਾ ਅੰਬਰੀਕ ਇਕਾਦਸ਼ੀ ਦਾ ਵਰਤ ਰੱਖਿਆ ਕਰਦੇ ਸਨ ਤੇ ਉਹਨਾਂ ਦੀ ਇਹ ਗੱਲ ਆਮ ਮਸ਼ਹੂਰ ਸੀ ਕਿ ਆਪ ਵਰਤ ਤੋੜਨ ਤੋਂ ਪਹਿਲਾਂ ਹੋਰ ਆਤਿਥਾਂ, ਸਾਧੂਆਂ ਤੇ ਮਹਾਂਪੁਰਸ਼ਾਂ ਨੂੰ ਜੋ ਉਹਨਾਂ ਦੇ ਪਾਸ ਹੋਣ, ਪਹਿਲੇ ਉਹਨਾਂ ਨੂੰ ਭੋਜਨ ਛਕਾਇਆ ਕਰਦੇ ਸਨ। ਗਊਆਂ, ਸਮਾਨ ਸਮੇਤ ਤੇ ਸੋਨੇ ਚਾਂਦੀ ਦੀਆਂ ਝੁੱਲਾਂ ਸਮੇਤ ਦਾਨ ਕਰਿਆ ਕਰਦੇ ਸਨ। ਉਸ ਸਮੇਂ ਦੁਰਬਾਸ਼ਾ ਰਿਖੀ ਜੀ ਵੀ ਬੜੇ ਮਸ਼ਹੂਰ ਸਨ, ਪਰ ਆਪਣੀ ਤਮੋ ਕ੍ਰੋਧ ਬਿਰਤੀ ਕਰਕੇ ਉਹ ਦੁਨੀਆ ਤੋਂ ਦੂਰ ਰਹਿੰਦੇ ਸਨ। ਦੁਨੀਆ ਵਾਲੇ ਵੀ ਉਹਨਾਂ ਦੀ ਇਸ ਬਿਰਤੀ ਤੋਂ ਬੜੇ ਡਰਦੇ ਸਨ ਤੇ ਭੈ ਖਾਂਦੇ ਸਨ ਕਿ ਰਿਖੀ ਜੀ ਗੁੱਸੇ ਹੋ ਕੇ ਕਿਤੇ ਕੋਈ ਸਰਾਪ ਹੀ ਨਾ ਦੇ ਦੇਣ। ਇਸ ਕਾਰਨ ਕਰਕੇ ਰਾਜੇ ਮਹਾਰਾਜੇ ਵੀ ਆਪ ਜੀ ਦੇ ਹੁਕਮ ਦੀ ਅਵੱਗਿਆ ਤੋਂ ਡਰਦੇ ਸਨ ਤੇ ਉਹਨਾਂ ਨੂੰ ਘੱਟ ਹੀ ਆਪਣੇ ਘਰਾਂ ਵਿੱਚ ਸੱਦਦੇ ਸਨ। ਸੋ ਠੀਕ ਇਹੋ ਜਿਹੀ ਬਿਰਤੀ ਵਾਲੇ ਦੁਰਵਾਸਾ ਰਿਖੀ ਜੀ ਇੱਕ ਵਾਰੀ ਇਕਾਦਸ਼ੀ ਵਾਲੇ ਦਿਨ, ਜਦ ਕਿ ਰਾਜਾ ਅੰਬਰੀਕ ਨੇ ਵਰਤ ਰੱਖਿਆ ਹੋਇਆ ਸੀ, ਉਹਨਾਂ ਦੇ ਘਰ ਆ ਗਏ। ਭਗਤ ਰਾਜਾ ਅੰਬਰੀਕ ਨੇ ਉਹਨਾਂ ਦਾ ਬੜਾ ਸਨਮਾਨ ਕੀਤਾ। ਅਗਲਵਾਂਢੀ ਹੋ ਕੇ ਉਹਨਾਂ ਨੂੰ ਅੰਦਰ ਲਿਆਂਦਾ ਤੇ ਚਰਨ ਧੋ ਕੇ ਆਦਰ ਨਾਲ ਬਿਠਾਇਆ। ਰਿਖੀ ਜੀ ਕੁਝ ਚਿਰ ਬੈਠ ਕੇ ਜਮਨਾ ਤੇ ਇਸ਼ਨਾਨ ਕਰਨ ਲਈ ਚਲੇ ਗਏ ਤੇ ਹੁਣੇ ਆਉਂਦਾ ਹਾਂ ਰਾਜੇ ਅੰਬਰੀਕ ਨੂੰ ਇੰਨਾ ਕਹਿ ਕੇ ਚਲੇ ਗਏ। ਉਸ ਵੇਲੇ ਸੰਧਿਆ ਦਾ ਸਮਾਂ ਹੋ ਗਿਆ ਸੀ ਤੇ ਦੁਆਦਸ਼ੀ ਲੱਗਣ ਵਾਲੀ ਸੀ, ਪਰ ਦੁਆਦਸ਼ੀ ਦਾ ਪੱਖ ਵੀ ਕੇਵਲ 2 ਘੜੀਆਂ ਸੀ। ਉਸ ਤੋਂ ਮਗਰੋਂ ਤ੍ਰੋਦਸ਼ੀ ਸ਼ੁਰੂ ਹੋ ਜਾਣੀ ਸੀ। ਅੰਬਰੀਕ ਜੀ ਨੇ ਖਿਆਲ ਕੀਤਾ ਕਿ ਰਿਖੀ ਜੀ ਹੁਣੇ ਆ ਜਾਣਗੇ, ਪਰ ਦੁਰਵਾਸਾ ਜੀ ਦੁਆਦਸ਼ੀ ਦੀ 1 ਘੜੀ ਬਤੀਤ ਹੋ ਜਾਣ ਤੱਕ ਵੀ ਨਾ ਆਏ। ਇਸ ਲਈ ਅੰਬਰੀਕ ਜੀ ਨੂੰ ਫਿਕਰ ਪੈ ਗਿਆ ਕਿ ਜੇ ਵਰਤ ਖੋਲ੍ਹਦੇ ਹਾਂ ਤਾਂ ਦੁਰਵਾਸਾ ਜੀ ਨੂੰ ਭੋਜਨ ਛਕਾਏ ਬਿਨਾਂ ਮੇਰਾ ਨੇਮ ਭੰਗ ਹੁੰਦਾ ਹੈ, ਪਰ ਜੇ ਨਹੀਂ ਖੋਲ੍ਹਦੇ ਤਾਂ ਤ੍ਰੋਦਸ਼ੀ ਲੰਘ ਜਾਣ ਤੇ ਫੇਰ ਮੇਰਾ ਵਰਤ ਰੱਖਿਆ ਨਿਸਫਲ ਚਲਾ ਜਾਵੇਗਾ ਤੇ ਨੇਮ ਭੰਗ ਹੋ ਜਾਵੇਗਾ। ਇਸ ਲਈ ਕੀਤਾ ਜਾਵੇ ਤੇ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ। ਕੁਝ ਚਿਰ ਵਿਚਾਰ ਵਿੱਚ ਪੈਣ ਮਗਰੋਂ ਅੰਬਰੀਕ ਜੀ ਨੇ ਠਾਕੁਰਾਂ ਦਾ ਚਰਨਾਮ੍ਰਿਤ ਲੈ ਕੇ ਪੀਤਾ ਤੇ ਇਉਂ ਅੰਮ੍ਰਿਤ ਨਾਲ ਆਪਣਾ ਵਰਤ ਤਾਂ ਖੋਲ੍ਹ ਲਿਆ, ਪਰ ਭੋਜਨ ਨਾ ਛਕਿਆ ਕਿ ਰਿਖੀ ਦੁਰਵਾਸਾ ਜੀ ਨੂੰ ਭੋਜਨ ਛਕਾ ਕੇ ਫਿਰ ਛਕਾਂਗਾ। ਉਧਰ ਦੁਰਵਾਸਾ ਜੀ ਵੀ ਸੋਚਦੇ ਸਨ ਤੇ ਇਸ ਗੱਲ ਦਾ ਅੰਤਰਾ ਲੈਣ ਦੀਆਂ ਵਿਚਾਰਾਂ ਕਰ ਰਹੇ ਸਨ ਕਿ ਅੰਬਰੀਕ ਕੀ ਕਰਦਾ ਹੈ। ਤਲ ਮਿਜਾਜ ਹੋਣ ਕਰਕੇ ਹੀ ਉਹਨਾਂ ਨਾਲ ਵਾਸਤਾ ਪਾ ਕੇ ਅੱਗੇ ਹੀ ਕੋਈ ਖੁਸ਼ ਨਹੀਂ ਸੀ, ਪਰ ਹੁਣ ਇਸ ਵੇਲੇ ਤਾਂ ਰਾਜਾ ਅੰਬਰੀਕ ਉਹਨਾਂ ਦੀਆਂ ਵਿਚਾਰਾਂ ਵਿੱਚ ਫਸਿਆ ਹੋਇਆ ਸੀ। ਉਹ ਸੋਚ ਰਹੇ ਸਨ ਕਿ ਜੇ ਵਰਤ ਨਾ ਖੋਲ੍ਹੇਗਾ ਤਾਂ ਵੀ ਬੇਨੇਮਾ ਹੋਣ ਕਰਕੇ ਅਸੀਂ ਉਸ ਦਾ ਭੋਜਨ ਨਹੀਂ ਛਕਾਂਗੇ, ਤੇ ਜੇ ਵਰਤ ਖੋਲ੍ਹ ਲਵੇਗਾ ਤਾਂ ਅਸੀਂ ਫੇਰ ਉਸ ਦੀ ਨਾਰਾਜ਼ਗੀ ਹੀ ਪ੍ਰਗਟ ਕਰਾਂਗੇ। ਸੋ ਇਉਂ ਦੁਰਵਾਸਾ ਜੀ ਸੋਚਦੇ ਸੋਚਦੇ
ਰਾਜੇ ਅੰਬਰੀਕ ਦੇ ਮਹਿਲਾਂ ਵੱਲ ਹੌਲੀ ਹੌਲੀ ਇਸ਼ਨਾਨ ਕਰਨ ਮਗਰੋਂ ਤੁਰੇ ਆ ਰਹੇ ਸਨ। ਉਹ ਰਿਖੀ ਵੀ ਸਨ ਤੇ ਤਤ ਵੇਤਾ ਵੀ ਸਨ, ਪਰ ਤਮੋ ਗੁਣ ਦੇ ਅਵਤਾਰ ਸਨ। ਇਸ ਲਈ ਇਹ ਵਿਚਾਰਾਂ ਕਰਦੇ ਕਰਦੇ ਵੀ ਉਹ ਆਪੇ ਤੋਂ ਬਾਹਰ ਹੋ ਰਹੇ ਸਨ। ਜਦ ਦੁਰਬਾਸ਼ਾ ਜੀ ਰਾਜਾ ਅੰਬਰੀਕ ਦੇ ਮਹਿਲਾਂ ਦੇ ਨੇੜੇ ਪੁੱਜੇ ਤਾਂ ਦਰਬਾਨ ਨੇ ਅੰਦਰ ਖਬਰ ਦਿੱਤੀ ਕਿ ਮਹਾਰਾਜਾ ਧੀਰਾਜ ਦੁਰਬਾਸ਼ਾ ਰਿਖੀ ਜੀ ਆ ਗਏ ਹਨ। ਰਾਜਾ ਅੰਬਰੀਕ ਜੀ ਅੱਗੋਂ ਲੈਣ ਆਏ, ਬੜੇ ਸਤਿਕਾਰ ਨਾਲ ਅੰਦਰ ਲਿਆਂਦਾ ਤੇ ਬਿਠਾਇਆ। ਬੈਠਣ ਮਗਰੋਂ ਦੁਰਬਾਸ਼ਾ ਜੀ ਪੁੱਛਣ ਲੱਗੇ, ਰਾਜਨ, ਹੁਣ ਤਾਂ ਤ੍ਰੋਦਸ਼ੀ ਲੱਗ ਗਈ, ਵਰਤ ਖੋਲਿਆ ਹੈ ਕਿ ਨਹੀਂ? ਭਗਤ ਰਾਜਾ ਅੰਬਰੀਕ ਜੀ ਅਜੇ ਚੁੱਪ ਹੀ ਸਨ ਕਿ ਦੁਰਬਾਸ਼ਾ ਜੀ ਫਿਰ ਬੋਲੇ, ਖੋਲ ਲਿਆ ਹੋਵੇਗਾ। ਰਾਜਾ ਅੰਬਰੀਕ ਨੇ ਅਜੇ ਜਵਾਬ ਫਿਰ ਵੀ ਨਹੀਂ ਸੀ ਦਿੱਤਾ ਕਿ ਦੁਰਬਾਸ਼ਾ ਜੀ ਉੱਠ ਕੇ ਖੜੇ ਹੋ ਗਏ। ਕਹਿਣ ਲੱਗੇ, ਸਾਡਾ ਕੀ ਸਤਿਕਾਰ ਕੀਤਾ ਹੈ ਤੂੰ, ਜੋ ਸਾਡੇ ਆਉਣ ਤੋਂ ਪਹਿਲਾਂ ਹੀ ਵਰਤ ਖੋਲ ਲਿਆ ਹੈ, ਭੋਜਨ ਆਪ ਛਕ ਲਿਆ ਹੈ। ਕੀ ਅਸੀਂ ਹੁਣ ਤੇਰਾ ਝੂਠਾ ਭੋਜਨ ਖਾਈਏ? ਨਹੀਂ, ਮੈਂ ਭੋਜਨ ਨਹੀਂ ਛਕਿਆ, ਭਗਤ ਰਾਜਾ ਅੰਬਰੀਕ ਨੇ ਕਿਹਾ। ਇਸ ਵੇਲੇ ਦੁਰਬਾਸ਼ਾ ਜੀ ਨੂੰ ਗੁੱਸੇ ਨਾਲ ਇੱਕ ਰੰਗ ਆ ਰਿਹਾ ਸੀ ਤੇ ਇੱਕ ਜਾ ਰਿਹਾ ਸੀ। ਭਗਤ ਅੰਬਰੀਕ ਦਾ ਉੱਤਰ ਸੁਣ ਕੇ ਕਹਿਣ ਲੱਗੇ, ਜੇ ਵਰਤ ਨਹੀਂ ਖੋਲਿਆ ਤਦ ਵੀ ਤਾਂ ਤੂੰ ਬੇਨੇਮਾ, ਬੇਧਰਮਾ ਤੇ ਸ਼ਾਸਤਰਾਂ ਦੀ ਉਲਟ ਰੀਤੀ ਵਾਲਾ ਹੋ ਗਿਆ ਹੈ। ਫਿਰ ਵੀ ਅਸੀਂ ਤੇਰੇ ਵਰਗੇ ਬੇਨੇਮੇ ਦਾ ਭੋਜਨ ਕਿਵੇਂ ਛਕ ਸਕਦੇ ਹਾਂ? ਪਰ ਮੈਂ ਵਰਤ ਵੀ ਰਿਖੀ ਜੀ ਖੋਲ ਲਿਆ ਹੈ, ਬੇਨੇਮਗੀ ਨਹੀਂ ਹੋਣ ਦਿੱਤੀ। ਰਿਖੀ ਜੀ ਨੇ ਪੁੱਛਿਆ ਗੁੱਸੇ ਵਿੱਚ, ਉਹ ਕਿਵੇਂ? ਠਾਕੁਰਾਂ ਦੇ ਚਰਨਾਮ੍ਰਿਤ ਨਾਲ, ਉਸ ਦੇ ਨਾਲ ਵਰਤ ਦਾ ਖੋਲ੍ਹਣਾ ਕਰ ਲਿਆ ਹੈ, ਪਰ ਭੋਜਨ ਨਹੀਂ ਛਕਿਆ। ਭੋਜਨ ਆਪ ਜੀ ਨੂੰ ਛਕਾ ਕੇ ਹੀ ਛਕਾਂਗਾ। ਭਗਤ ਰਾਜਾ ਅੰਬਰੀਕ ਨੇ ਬੜੇ ਠਰਮੇ ਨਾਲ ਉੱਤਰ ਦਿੱਤਾ ਤੇ ਰੰਚਕ ਮਾਤਰ ਵੀ ਡਰ ਜਾਂ ਰਿਖੀ ਜੀ ਦੇ ਅਪਮਾਨ ਭਰੇ ਸ਼ਬਦਾਂ ਦਾ ਕੋਈ ਖਿਆਲ ਨਾ ਕੀਤਾ। ਪਰ ਰਿਖੀ ਦੁਰਬਾਸ਼ਾ ਜੀ ਭੜਕ ਪਏ। ਤਮੋ ਗੁਣ ਉਹਨਾਂ ਉੱਤੇ ਸਵਾਰ ਹੋ ਕੇ ਨੱਚ ਪਿਆ। ਉੱਠੇ ਤੇ ਦਬਾ ਦਬ ਸਿਰ ਦੀਆਂ ਲਿਟਾਂ ਨੂੰ ਪਟਕਣ ਲੱਗ ਪਏ ਤੇ ਕਹਿਣ ਲੱਗੇ, ਐਵੇਂ ਦੁਨੀਆ ਤੇਰਾ ਜਸ ਕਰਦੀ ਹੈ ਕਿ ਤੂੰ ਬੜਾ ਧਰਮੀ ਪ੍ਰਤਾਪੀ ਰਾਜਾ ਹੈ, ਪਰ ਤੂੰ ਤਾਂ ਬੜਾ ਬੇਧਰਮਾ ਹੈ। ਬੂਹੇ ਤੇ ਆਏ ਅਤਿਥੀ ਨੂੰ ਤੂੰ ਉਡੀਕਿਆ ਵੀ ਨਹੀਂ ਤੇ ਆਪਣੇ ਆਪ ਨੂੰ ਹੀ ਸਭ ਕੁਝ ਸਮਝ ਲਿਆ ਹੈ। ਲੈ, ਮੈਂ ਤੇਰੇ ਕ੍ਰੋਧ ਦੀ ਅਗਨੀ ਤੈਨੂੰ ਹੁਣੇ ਭਸਮ ਕਰਕੇ ਰੱਖ ਦੇਵੇਗੀ। ਇੰਨੇ ਕਹਿਣ ਦੀ ਦੇਰ ਸੀ ਕਿ ਸੱਚਮੁੱਚ ਅਗਨੀ ਦੀ ਲਾਟ ਬੜੇ ਪ੍ਰਚੰਡ ਤੇ ਵਿਕਰਾਲ ਰੂਪ ਵਿੱਚ ਪ੍ਰਗਟ ਹੋ ਗਈ। ਰਾਜਾ ਅੰਬਰੀਕ ਡੋਲਿਆ ਨਹੀਂ, ਪਿੱਛੇ ਨਹੀਂ ਦੌੜਿਆ, ਸਗੋਂ ਉੱਥੇ ਹੀ ਖੜੋਤਾ ਪ੍ਰਭੂ ਦੇ ਸਨਮੁਖ ਹੋ ਗਿਆ ਕਿ ਹੇ ਪ੍ਰਭੂ, ਤੇਰਾ ਇਹ ਰਿਖੀ ਕਿੰਨੀ ਤਲਖੀ ਵਿੱਚ ਆ ਗਿਆ ਹੈ। ਅਸੀਂ ਪਿੱਛੇ ਦੱਸ ਆਏ ਹਾਂ ਕਿ ਭਗਤ ਰਾਜਾ ਅੰਬਰੀਕ ਦੇ ਬੂਹੇ ਤੇ ਭਗਵਾਨ ਦਾ ਸੁਦਰਸ਼ਨ ਚੱਕਰ ਉਸ ਦੀ ਰਾਖੀ ਲਈ ਹਰ ਵੇਲੇ ਮੌਜੂਦ ਰਹਿੰਦਾ ਸੀ। ਸੋ ਪ੍ਰਭੂ ਦਾ ਧਿਆਨ ਤੇ ਸਿਮਰਨ ਦੀ ਹੀ ਢਿੱਲ ਸੀ ਕਿ ਝਟਪਟ ਉਹ ਸੁਦਰਸ਼ਨ ਚੱਕਰ ਆ ਪੁੱਜਾ ਤੇ ਉਸ ਨੇ ਆਉਂਦਿਆਂ ਹੀ ਦੁਰਬਾਸਾ ਜੀ ਵੱਲੋਂ ਭੇਜੀ ਅਗਨੀ ਦੀ ਲਾਟ ਠੰਡੀ ਕਰਕੇ ਰੱਖ ਦਿੱਤੀ ਤੇ ਫਿਰ ਉਹ ਸੁਦਰਸ਼ਨ ਚੱਕਰ ਦੁਰਬਾਸ਼ਾ ਜੀ ਵੱਲ ਹੋਇਆ। ਫਿਰ ਦੁਰਬਾਸ਼ਾ ਜੀ ਨੂੰ ਸਮਝ ਆਈ ਕਿ ਉਹ ਕਿੰਨੀ ਗਲਤੀ ਕਰ ਬੈਠੇ ਹਨ। ਸੋ ਉਹ ਆਪਣੇ ਤਪੋ ਬਲ ਦੇ ਸਹਾਰੇ ਹਵਾ ਰੂਪ ਹੋ ਕੇ ਵੱਡੇ ਵੱਡੇ ਦੇਵਤਿਆਂ ਕੋਲ ਸਹਾਇਤਾ ਦੀ ਪੁਕਾਰ ਕਰਨ ਲਈ ਜਾ ਪੁੱਜੇ। ਪਰ ਨਾ ਬ੍ਰਹਮਾ ਜੀ ਨੇ, ਨਾ ਵਿਸ਼ਨੂੰ ਜੀ ਨੇ ਤੇ ਨਾ ਸ਼ਿਵਜੀ ਜੀ ਨੇ ਉਹਨਾਂ ਦੀ ਕੋਈ ਸਹਾਇਤਾ ਕੀਤੀ। ਸਗੋਂ ਕਿਹਾ ਕਿ ਤੁਸਾਂ ਭਗਤ ਦੇ ਭਗਤੀ ਦਾ ਅਪਮਾਨ ਕੀਤਾ ਹੈ। ਪ੍ਰਭੂ ਦੇ ਸਭ ਤੋਂ ਵੱਡੇ ਬਖਸ਼ੇ ਗੁਣ ਧੀਰਜ ਤੇ ਸ਼ਾਂਤੀ ਨੂੰ ਉੱਕਾ ਹੀ ਵਿਸਾਰ ਦਿੱਤਾ ਹੈ।
ਇਸ ਲਈ ਜਾਓ, ਰਾਜਾ ਅੰਬਰੀਕ ਭਗਤ ਦੀ ਸ਼ਰਨ ਲਵੋ। ਜੇ ਬਚਣਾ ਚਾਹੁੰਦੇ ਹੋ, ਉਹੀ ਤੁਹਾਨੂੰ ਬਚਾਉਣ ਦੇ ਸਮਰੱਥ ਹੈ, ਅਸੀਂ ਨਹੀਂ। ਕਹਿੰਦੇ ਹਨ ਕਿ ਮਰਦਾ ਕੀ ਨਹੀਂ ਕਰਦਾ ਵਾਲੀ ਗੱਲ ਹੋਈ। ਵੱਡੇ ਤੇ ਰਿਖੀ ਬਨ ਦੇ ਹੰਕਾਰ ਨਾਲ ਮੱਤੇ ਹੋਏ ਦੁਰਵਾਸਾ ਰਿਖੀ ਦਾ ਹੰਕਾਰ ਕਾਫੂਰ ਹੋ ਗਿਆ। ਉਸਨੇ ਆਪਣੀ ਖੈਰ ਇਸੇ ਵਿੱਚ ਸਮਝੀ ਕਿ ਅੰਬਰੀਕ ਜੀ ਦੀ ਚਰਨੀ ਜਾ ਲੱਗੀ, ਸੋ ਵਾਪਸ ਮੁੜੇ ਤੇ ਭਗਤ ਰਾਜਾ ਅੰਬਰੀਕ ਜੀ ਦੇ ਚਰਨੀ ਆ ਢੱਠੇ ਤੇ ਕਹਿਣ ਲੱਗੇ, ਮੈਨੂੰ ਖਿਮਾ ਕਰੋ, ਮੈਨੂੰ ਸੁਦਰਸ਼ਨ ਚੱਕਰ ਤੋਂ ਬਚਾਓ। ਭਗਤ ਈਰਖਵਾਦੀ ਨਹੀਂ ਹੁੰਦੇ, ਉਹ ਕਿਸੇ ਦਾ ਵੈਰ ਵਿਰੋਧ ਨਹੀਂ ਚਿਤਾਰਦੇ। ਉਹ ਠਰੰਮੇ ਤੇ ਧੀਰਜ ਦੀ ਬਦੌਲਤ ਹੀ ਭਗਤੀ ਦੀ ਉੱਚੀ ਮੰਜ਼ਿਲ ਤੇ ਚੜ੍ਹੇ ਹੁੰਦੇ ਹਨ। ਸੋ ਝੱਟ ਹੀ ਭਗਤ ਅੰਬਰੀਕ ਜੀ ਦੁਰਵਾਸਾ ਜੀ ਤੇ ਦਿਆਲੂ ਹੋ ਗਏ ਤੇ ਪ੍ਰਭੂ ਭਗਵਾਨ ਅੱਗੇ ਬੇਨਤੀ ਕੀਤੀਓ ਕਿ ਹੇ ਪ੍ਰਭੂ, ਹੇ ਵਾਹਿਗੁਰੂ ਪਰਮਾਤਮਾ ਜੀ, ਰਿਖੀ ਜੀ ਨੂੰ ਪ੍ਰਾਣ ਦਾਨ ਦਿਓ। ਇਹ ਫਿਰ ਵੀ ਮਹਾਤਮਾ ਹਨ, ਮਹਾਂਪੁਰਸ਼ ਹਨ, ਇਹਨਾਂ ਨੂੰ ਖਿਮਾ ਕਰ ਦਿਓ। ਇਹ ਬੇਨਤੀ ਕਰਕੇ ਅੰਬਰੀਕ ਜੀ ਨੇ ਸੁਦਰਸ਼ਨ ਚੱਕਰ ਤੋਂ ਦੁਰਵਾਸਾ ਜੀ ਦੀ ਖਲਾਸੀ ਕਰਾਈ। ਫਿਰ ਬੜੇ ਪਿਆਰ ਨਾਲ ਉਹਨਾਂ ਨੂੰ ਭੋਜਨ ਛਕਾਇਆ ਤੇ ਬੜੇ ਸਤਿਕਾਰ ਨਾਲ ਵਿਦਾ ਕੀਤਾ। ਸੋ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਅਸੀਂ ਕਦੇ ਵੀ ਬੰਦਗੀ ਕਰਕੇ, ਪੁੰਨ ਦਾਨ ਕਰਕੇ, ਸੇਵਾ ਸਿਮਰਨ ਕਰਕੇ, ਗੁਰਬਾਣੀ ਪੜ੍ਹ ਕੇ ਕਦੇ ਵੀ ਕਿਸੇ ਗੱਲ ਦਾ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਗਰੀਬੀ ਮੰਗਣੀ ਹੈ, ਨਿਮਰਤਾ ਦੇ ਵਿੱਚ ਰਹਿਣਾ ਹੈ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।